ਨਮਸਕਾਰ ਦੋਸਤੋ, ਮੈਂ ਤੁਹਾਡਾ ਆਪਣਾ ਨਿਊਰੋਥੈਰੇਪਿਸਟ ਰਣਦੇ। ਦੋਸਤੋ, ਤੁਸੀਂ ਜਾਣਦੇ ਹੋ ਕਿ ਅਸੀਂ ਅਲੱਗ-ਅਲੱਗ ਵੀਡੀਓਜ਼ ਔਰ ਆਡੀਓਜ਼ ਤੁਹਾਡੇ ਲੋਕਾਂ ਲਈ ਬਣਾਉਂਦੇ ਰਹਿੰਦੇ ਹਾਂ। ਔਰ ਇਹਨਾਂ ਵੀਡੀਓਜ਼ ਔਰ ਆਡੀਓਜ਼ ਨੂੰ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਤੁਹਾਡੇ ਪ੍ਰਤੀ ਅਵੇਅਰਨੈਸ ਹੈ। ਅਵੇਅਰਨੈਸ ਜਿਹੜੀ ਹੈ ਉਹ ਹੈਲਥ ਦੇ ਪ੍ਰਤੀ ਵੀ ਹੋ ਸਕਦੀ ਹੈ ਔਰ এনवायरमेंट ਦੇ ਪ੍ਰਤੀ ਵੀ ਹੋ ਸਕਦੀ ਹੈ। ਔਰ ਇਹਨਾਂ ਵੀਡੀਓਜ਼ ਔਰ ਆਡੀਓਜ਼ ਨੂੰ ਪਹੁੰਚਾਉਣ ਦਾ ਮਾਧਿਅਮ ਸਾਡਾ YouTube ਚੈਨਲ ਨਿਊਰੋਥੈਰੇਪਿਸਟ ਰਣਦੇਵ ਹੈ। ਇਹ ਜੇ ਤੁਸੀਂ ਇਹੋ ਜਿਹੀਆਂ ਅਵੇਅਰਨੈਸ ਦੇ ਉੱਪਰ ਜਿਹੜੀਆਂ ਰੈਗੂਲਰ ਵੀਡੀਓਜ਼ ਔਰ ਆਡੀਓਜ਼ ਦੇਖਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ। ਦੋਸਤੋ, ਅੱਜ ਜਿਹੜੀ ਆਪਾਂ ਡਿਸਕਸ਼ਨ ਕਰਨੀ ਹੈ, ਬੜੀ ਇੰਪੋਰਟੈਂਟ ਡਿਸਕਸ਼ਨ ਹੈ, ਉਹ ਸਾਡੀ ਡਾਈਟ ਦੇ ਉੱਪਰ ਹੈ। ਕਿਸੇ ਸਿਆਣੇ ਨੇ ਇਹ ਵੀ ਕਿਹਾ ਹੈ, ਜੈਸਾ ਖਾਓ ਅੰਨ ਵੈਸਾ ਹੋਵੇ ਮਨ। ਤੇ ਇਸ ਕਰਕੇ ਮੈਂ ਸੋਚਦਾ ਕਿ ਡਾਈਟ ਜਿਹੜੀ ਹੈ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਸਾਡੀ ਲਾਈਫ ਦੇ ਵਿੱਚ। ਇਹ ਜਿਹੜੀ ਸਾਡੀ એનર્ਜੈਟਿਕ ਤੇ ਸਾਨੂੰ ਫੀਲ ਕਰਵਾਉਂਦੀ ਹੈ, ਉਹ ਪਲੱਸ ਸਾਨੂੰ ਮਾਨਸਿਕ ਤੌਰ ਤੇ ਵੀ ਜੇ એનર્ਜੈਟਿਕ ਫੀਲ ਕਰਨਾ ਤਾਂ ਇੱਕ ਡਾਈਟ ਜਿਹੜੀ ਹੈ ਬਹੁਤ ਵਧੀਆ ਰੋਲ ਅਦਾ ਕਰਦੀ ਹੈ। ਅੱਛਾ ਦੋਸਤੋ, ਆਪਾਂ ਨੂੰ ਇੱਕ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਿਹੜੀ ਡਾਈਟ ਖਾਈਏ ਕਿ ਜਿਹਦੇ ਨਾਲ ਅਸੀਂ ਤੰਦਰੁਸਤ ਰਹੀਏ। ਬਹੁਤ ਸਾਰੇ ਡਾਈਟੀਸ਼ੀਅਨ ਤੁਹਾਨੂੰ ਬਹੁਤ ਸਾਰੇ ਡਾਈਟ ਚਾਰਟ ਜਿਹੜੇ ਅਵੇਲ ਕਰਵਾਉਂਦੇ ਨੇ ਔਰ ਉਹ ਕਾਫੀ ਕੋਸਟਲੀ ਵੀ ਹੁੰਦੇ ਨੇ ਔਰ ਆਪਾਂ ਉਸ ਚੀਜ਼ ਨੂੰ ਪੂਰੀ ਤਰ੍ਹਾਂ ਫੋਲੋ ਵੀ ਨਹੀਂ ਕਰ ਪਾਉਂਦੇ। ਔਰ ਜਾਂ ਮੈਂ ਇਹ ਵੀ ਦੇਖਿਆ, ਜਦੋਂ ਤੱਕ ਆਪਾਂ ਉਹਨੂੰ ਫੋਲੋ ਕਰਦੇ ਹਾਂ ਉਦੋਂ ਤੱਕ ਅਸੀਂ ਤੰਦਰੁਸਤ ਰਹਿੰਦੇ ਹਾਂ। ਕਦੋਂ ਅਸੀਂ ਉਹ ਚੀਜ਼ ਨੂੰ ਛੱਡ ਦਿੰਦੇ ਹਾਂ ਅਸੀਂ ਫਿਰ ਸਾਨੂੰ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਅਸੀਂ ਬਿਮਾਰ ਹੋਣਾ ਸ਼ੁਰੂ ਹੋ ਜਾਂਦੇ ਹਾਂ। ਤਾਂ ਮੈਂ ਜਿਹੜੀ ਅੱਜ ਵੀਡੀਓ ਬਣਾਈ ਹੈ ਜਾਂ ਬਣਾਉਣੀ ਹੈ ਤਾਂ ਉਹਦੇ ਉੱਪਰ ਹੀ ਆਪਾਂ ਅਵੇਅਰ ਕਰਨੀ ਹੈ ਕਿ ਤੁਹਾਨੂੰ ਆਪਣੀ ਕੈਲਰੀਜ਼ ਕਾਊਂਟਿੰਗ ਕਰਨੀ ਆਉਣੀ ਚਾਹੀਦੀ ਹੈ, ਕਿ ਤੁਸੀਂ ਸੈਲਫ ਕਾਊਂਟਿੰਗ ਕਰੋ ਕਿ ਅਸੀਂ ਕੀ ਖਾਈਏ ਅਤੇ ਜਿਹਦੇ ਨਾਲ ਮੈਂ ਆਪਣੀ ਮੇਨਟੇਨ ਰੱਖਾਂ ਆਪਣੀ ਬੋਡੀ ਨੂੰ ਔਰ ਮਾਨਸਿਕ ਤੌਰ 'ਤੇ ਵੀ ਫਿੱਟ ਰਹਾਂ। ਦੋਸਤੋ, ਆਪਾਂ ਜੇ ਗੱਲ ਕਰੀਏ ਕੱਚੀਆਂ ਸਬਜ਼ੀਆਂ ਦੀ, ਤਾਂ ਜਿੱਦਾਂ ਟਮਾਟਰ ਹੈ, ਲਗਭਗ ਆਪਾਂ ਜੇ 100 ਗ੍ਰਾਮ ਆਪਾਂ ਟਮਾਟਰ ਖਾਂਦੇ ਹਾਂ ਜਾਂ 100 ਗ੍ਰਾਮ ਟਮਾਟਰ ਲੈਂਦੇ ਹਾਂ, ਉਹਦੇ ਵਿੱਚ ਦੇਖੋ 1 ਗ੍ਰਾਮ ਦੇ ਵਿੱਚ 4 ਕੈਲਰੀਜ਼ ਹੁੰਦੀਆਂ ਨੇ ਜਿਹੜੀਆਂ ਕੱਚੀਆਂ ਸਬਜ਼ੀਆਂ ਨੇ। ਔਰ ਜੇ ਦੇਖੋ ਜਿਹੜੇ 100 ਗ੍ਰਾਮ ਟਮਾਟਰ ਆ ਉਹਦੇ ਵਿੱਚ 90% ਜਿਹੜਾ ਵਾ ਉਹ ਪਾਣੀ ਆ। ਜਿਹੜੇ 5% ਨੇ ਉਹ ਪ੍ਰੋਟੀਨਸ ਜਾਂ ਫੈਟਸ ਆਪਣਾ ਜਿਹੜੀਆਂ ਫਾਈਬਰਸ ਹੋ ਸਕਦੀਆਂ ਨੇ, ਉਹਦੇ ਵਿੱਚ 0 ਕੈਲਰੀਜ਼ ਹੁੰਦੀਆਂ ਨੇ। ਅੱਛਾ, ਜਿਹੜੀ ਪਾਣੀ ਆ ਉਹਦੀ ਕੈਲਰੀ ਵੀ ਅਸੀਂ 0 ਕਾਊਂਟ ਕਰਦੇ ਹਾਂ। ਤੇ ਰਿਹਾ 5% ਰਹਿ ਗਿਆ। 5% ਨੂੰ ਆਪਾਂ 4 ਦੇ ਨਾਲ ਜੇ ਗੁਣਾ ਕਰੀਏ ਤਾਂ ਸਾਨੂੰ ਇਸ ਤਰ੍ਹਾਂ 20 ਕੈਲਰੀਜ਼ ਮਿਲਣਗੀਆਂ ਕਿ ਟਮਾਟਰ ਦੇ ਵਿੱਚੋਂ, ਕੁਕੁੰਬਰ ਵਿੱਚੋਂ, ਇਹ ਸਾਰੀਆਂ 20 ਕੈਲਰੀਜ਼ ਦੇ ਵਿੱਚ ਆਉਂਦਾ ਹੈ ਸਾਰਾ ਕੁਝ। ਅੱਛਾ, ਫਿਰ ਆਪਾਂ ਗੱਲ ਕਰੀਏ ਫਰੂਟਸ ਦੀ। ਫਰੂਟਸ ਦੇ ਵਿੱਚ ਜੇ ਆਪਾਂ ਮੈਂਗੋ ਦੀ ਗੱਲ ਕਰਦੇ ਹਾਂ ਜਾਂ ਖਰਬੂਜ਼ੇ ਦੀ ਗੱਲ ਕਰਦੇ ਹਾਂ ਜਾਂ ਤਰਬੂਜ਼ ਦੀ ਗੱਲ ਕਰਦੇ ਹਾਂ, ਇਹਨਾਂ ਵਿੱਚ ਵੀ ਲਗਭਗ 50 ਕੈਲਰੀਜ਼ ਹੁੰਦੀਆਂ ਨੇ। ਜੇ 100 ਗ੍ਰਾਮ ਆਪਾਂ ਇਹ ਚੀਜ਼ਾਂ ਦਾ ਵਰਤੋਂ ਕਰਦੇ ਹਾਂ ਤਾਂ ਸਾਨੂੰ 50 ਕੈਲਰੀਜ਼ ਮਿਲਦੀਆਂ ਨੇ। ਅੱਛਾ, ਫਿਰ ਆਪਾਂ ਗੱਲ ਕਰੀਏ ਚਪਾਤੀ ਦੀ। ਜਿਹੜਾ ਬਹੁਤ ਹੀ ਅਨਾਜ ਜਿਹੜੇ ਨੇ ਉਹ ਬਹੁਤ ਹੀ ਰੋਲ ਪਲੇ ਕਰਦੇ ਨੇ ਸਾਡੀ ਲਾਈਫ ਦੇ ਵਿੱਚ। ਜਿੱਦਾਂ ਚਪਾਤੀ ਹੈ, ਸਪੋਜ਼ਿੰਗ ਦੈਟ ਜੇ ਮੈਂ ਇਹ ਨੋਟਿਸ ਕਰਦਾ ਕਿ 35 ਤੋਂ 40 ਗ੍ਰਾਮ ਜਿਹੜੀ ਔਸਤਨ ਜਿਹੜੀ ਹੈ ਸਾਡੀ ਚਪਾਤੀ ਬਣਦੀ ਹੈ ਸਾਡੇ ਘਰ ਦੇ ਵਿੱਚ, ਉਹਦੇ ਵਿੱਚ 10% ਪਾਣੀ ਲਾ ਲਈਏ, 25% ਜਿਹੜਾ ਮਤਲਬ ਕਿ ਆਪਾਂ ਲਈਏ ਕਿ 25 ਗ੍ਰਾਮ ਜਿਹੜਾ ਰਹਿ ਜਾਂਦਾ ਹੈ, 25 ਨੂੰ ਆਪਾਂ 4 ਨਾਲ ਗੁਣਾ ਕਰੀਏ ਤਾਂ 100 ਮਤਲਬ ਕਿ ਕੈਲਰੀਜ਼ ਜਿਹੜੀ ਆ ਉਹ ਇੱਕ ਚਪਾਤੀ ਦੇ ਵਿੱਚ ਹੁੰਦੀ ਹੈ। ਜੇ ਬਲਕਿ ਆਪਾਂ ਇਸ ਤੋਂ ਵੀ ਹਿਸਾਬ ਲਾ ਸਕਦੇ ਹਾਂ। ਔਰ ਮੈਂ ਇਹ ਵੀ ਤਾਂ ਦੱਸਣਾ ਚਾਹੁੰਦਾ ਕਿ ਔਸਤਨ ਜੇ ਆਪਾਂ ਇੱਕ ਐਵਰੇਜ ਲਾਈਏ ਹਰ ਇਨਸਾਨ ਦੇ ਡਾਈਟ ਦੀ, ਤੇ ਮੇਲ ਦੇ ਵਿੱਚ ਆਪਾਂ ਕਹੀਏ ਤੇ 2500 ਕੈਲਰੀਜ਼ ਚਾਹੀਦੀਆਂ ਨੇ ਜੇ ਵੇਟ ਮੇਨਟੇਨ ਰੱਖਣਾ ਨੇ। ਜੇ ਮੰਨ ਲਓ ਮੇਰਾ 70 ਕਿਲੋ ਵੇਟ ਹੈ ਤਾਂ ਆਪਾਂ ਮੇਨਟੇਨ ਕਰਨ ਵਾਸਤੇ ਮੈਨੂੰ 2500 ਕੈਲਰੀ ਡੇਲੀ ਚਾਹੀਦੀ ਹੈ। ਜੇ ਇਹਨੂੰ ਮੈਂ ਡਾਊਨ ਕਰਨਾ ਚਾਹੁੰਦਾ ਵਾਂ, ਥੋੜ੍ਹਾ ਰਿਡਿਊਸ ਕਰਨਾ ਚਾਹੁੰਦਾ ਵਾਂ, ਫਿਰ ਮੈਨੂੰ 2000 ਕੈਲਰੀ ਚਾਹੀਦੀਆਂ। ਇਸ ਤਰ੍ਹਾਂ ਜੇ ਆਪਾਂ ਫੀਮੇਲ ਦੇ ਵਿੱਚ ਦੇਖੀਏ ਤੇ ਇੱਕ ਫੀਮੇਲ ਨੂੰ 2000 ਕੈਲਰੀਜ਼ ਡੇਲੀ ਚਾਹੀਦੀਆਂ ਨੇ। ਜੇ ਉਸਨੇ ਵੇਟ ਘਟਾਉਣਾ ਹੈ, ਰਿਡਿਊਸ ਕਰਨਾ ਹੈ, ਤਾਂ ਉਹਨੂੰ 1500 ਕੈਲਰੀਜ਼ ਚਾਹੀਦੀਆਂ ਨੇ। ਤੇ ਆਪਾਂ ਇਸ ਤਰ੍ਹਾਂ ਹੀ ਗੱਲਾਂ ਕਰਦੇ ਰਹੀਏ ਤੇ ਚੱਲਦੇ ਰਹਿੰਦੇ ਹਾਂ। ਉਸ ਤੋਂ ਬਾਅਦ ਆਪਾਂ ਲੈ ਕੇ ਆਉਂਦੇ ਆਲੂ ਦੇ ਉੱਪਰ, ਜਿਹੜਾ ਇੱਕ ਮੇਨ ਜਿਹੜੀ ਸਬਜ਼ੀ ਹੈ ਸਾਡੀ। ਇਹਦੇ ਵਿੱਚ 100% ਮਤਲਬ ਕਿ ਆਪਾਂ ਕਹੀਏ ਜੇ 100 ਗ੍ਰਾਮ ਤੁਸੀਂ ਆਲੂ ਦਾ ਸੇਵਨ ਕਰਦੇ ਹੋ ਤਾਂ 100 ਕੈਲਰੀਜ਼ ਤੁਹਾਨੂੰ ਮਿਲ ਜਾਂਦੀਆਂ ਨੇ। ਤੇ ਇਸ ਤਰ੍ਹਾਂ ਹੀ ਆਪਾਂ ਇੱਕ ਸਭ ਤੋਂ ਜਿਹੜੀ ਇੰਪੋਰਟੈਂਟ ਡਿਸਕਸ਼ਨ ਹੈ ਕਿ ਆਪਾਂ ਫੈਟ ਵਾਲੀ ਜਿਹੜੇ ਚੀਜ਼ਾਂ ਖਾਈਏ। ਮੰਨ ਲਓ ਗੁਲਾਬ ਜਾਮੁਨ ਦੀ ਆਪਾਂ ਉਦਾਹਰਨ ਲੈ ਕੇ ਚੱਲਦੇ ਹਾਂ। ਇੱਕ ਗੁਲਾਬ ਜਾਮੁਨ ਦੇ ਵਿੱਚ ਤਕਰੀਬਨ ਜੇ ਆਪਾਂ 50 ਗ੍ਰਾਮ ਦਾ ਜੇ ਗੁਲਾਬ ਜਾਮੁਨ ਮੰਨਦੇ ਆ, ਉਹਦੇ ਵਿੱਚ 300 ਕੈਲਰੀਜ਼ ਹੁੰਦੀਆਂ ਨੇ। ਜੇ ਤੁਸੀਂ 2 ਮਤਲਬ ਕਿ ਖਾ ਲਈਏ, ਜਾਂ 100 ਗ੍ਰਾਮ ਦਾ ਜੋ ਗੁਲਾਬ ਜਾਮੁਨ ਹੈ ਉਹਦੇ ਵਿੱਚ 600 ਕੈਲਰੀਜ਼ ਹੁੰਦੀਆਂ ਨੇ। ਅਤੇ ਆਪਾਂ ਨੂੰ ਹਿਸਾਬ ਲਾਉਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਖੋਇਆ ਵੀ ਹੈ ਔਰ ਘਿਓ ਵੀ ਹੈ। ਉਹਦੇ ਨਾਲ ਉਹਦੀ ਕੈਲਰੀਜ਼ ਜਿਹੜੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਉਹ ਜਿਹੜੇ ਆਪਾਂ ਦੇਸੀ ਘਿਓ
ਔਰ ਜਿਹੜੇ ਤੇਲ ਨੇ, ਆਇਲ ਨੇ, ਜਿਹੜੇ ਆਪਾਂ ਮਸਟਰਡ ਆਇਲ ਹੈ ਚਾਹੇ ਕੋਈ ਵੀ ਹੈ, ਇਹਨਾਂ ਨੂੰ ਆਪਾਂ 1000 ਕੈਲਰੀਜ਼ ਬਣਦੇ। ਜੇ ਮੰਨ ਲਓ 100 ਗ੍ਰਾਮ ਘਿਓ ਜਾਂ ਕੋਈ 100 ਗ੍ਰਾਮ ਕੋਈ ਤਲੀ ਹੋਈ ਚੀਜ਼ ਦਾ ਸੇਵਨ ਕਰਦਾ ਹੈ ਤੇ ਉਹਨੂੰ 1000 ਕੈਲਰੀ ਦੀ ਮਤਲਬ ਕਿ ਕੰਜ਼ੰਪਸ਼ਨ ਹੁੰਦੀ ਹੈ। ਤੇ ਤੁਸੀਂ ਮਤਲਬ 100 ਗ੍ਰਾਮ ਘਿਓ ਖਾ ਲੈਂਦੇ ਹੋ। ਤੁਸੀਂ ਇਹ ਤੋਂ ਆਪਣੇ ਆਪ ਹਿਸਾਬ ਲਾ ਲਓ ਕਿ ਆਪਾਂ ਕਿੰਨਾ ਕਿ ਦੁਰਵਰਤੋਂ ਕਰਦੇ ਹਾਂ ਖਾਣ ਪੀਣ ਦੇ ਵਿੱਚ। ਇਹਨਾਂ ਚੀਜ਼ਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੀ ਕੈਲਰੀ ਜਿਹੜੀ ਆ ਮੇਨਟੇਨ ਕਰੀਏ, ਔਰ ਮੇਨਟੇਨ ਕਰਨ ਦੇ ਨਾਲ ਨਾਲ ਆਪਣੀ ਹੈਲਥ ਨੂੰ ਠੀਕ ਵੀ ਰੱਖੀਏ। ਔਰ ਮੈਂ ਇਹ ਵੀ ਕਹੂੰਗਾ ਕਿ ਇਕੱਲੀ ਕੈਲਰੀਜ਼ ਕਾਊਂਟਿੰਗ ਔਰ ਬਰਨਿੰਗ ਦੇ ਕਰਨ ਦੇ ਨਾਲ ਵੀ ਆਪਾਂ ਨੂੰ ਬਹੁਤ ਚੀਜ਼ਾਂ ਫਾਇਦਾ ਹੁੰਦਾ ਕਿ ਇਹ ਬਰਨਿੰਗ ਤਾਂ ਹੋਣਗੇ ਜੇ ਤੁਸੀਂ ਐਕਸਰਸਾਈਜ਼ ਕਰੋਗੇ। ਐਕਸਰਸਾਈਜ਼ ਵੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਐਕਸਰਸਾਈਜ਼ ਕਰਨ ਦੇ ਨਾਲ ਵੀ ਸਾਡੀਆਂ ਕਾਫੀ ਕੈਲਰੀਜ਼ ਜਿਹੜੀਆਂ ਬਰਨ ਹੋ ਜਾਂਦੀਆਂ ਨੇ ਔਰ ਸਾਨੂੰ ਕਾਫੀ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਤਾਂ ਮੈਂ ਇਸੇ ਅਵੇਅਰਨੈਸ ਦੇ ਉੱਪਰ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਇਸ ਚੀਜ਼ ਨੂੰ ਅਵੇਅਰਨੈਸ ਨੂੰ ਸੁਣਿਆ। ਔਰ ਧੰਨਵਾਦ ਤਾਂ ਵੀ ਜ਼ਿਆਦਾ ਹੋਏਗਾ ਜੇ ਤੁਸੀਂ ਇਸ ਚੀਜ਼ ਨੂੰ ਇੰਪਲੀਮੇਸ਼ਨ ਕਰਦੇ ਹੋ। ਧੰਨਵਾਦ। ਔਰ ਇਹਨਾਂ ਸ਼ਬਦਾਂ ਦੇ ਨਾਲ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹੋਇਆ ਤੁਹਾਡਾ ਆਪਣਾ ਨਿਊਰੋਥੈਰੇਪਿਸਟ ਜਲੰਧਰ ਤੋਂ। ਨਮਸਕਾਰ।